ਖੁਦਕੁਸ਼ੀ ਰੋਕਥਾਮ ਦਿਵਸ ਹੈ ਨਾ, ਖੁਦਕੁਸ਼ੀ ਤਾਂ ਰੋਕਣੀ ਬਣਦੀ ਹੈ ਕਿਉਂਕਿ ਖੁਦਕੁਸ਼ੀ ਬਹੁਤ ਹੋ ਰਹੀ ਹੈ। ਤੇ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਜਦੋਂ ਕੋਈ ਕਰ ਲੈਂਦਾ ਹੈ ਤਾਂ ਇੱਕ ਤਾਂ ਸਾਰੇ ਰੋਂਦੇ ਨੇ, ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਘਰ ਦੇ, ਤੇ ਉਹਨੂੰ ਲੱਗਦਾ ਕਿ ਜੇ ਸਾਨੂੰ ਦੱਸ ਦਿੰਦਾ ਤਾਂ ਇਸ ਤਰ੍ਹਾਂ ਹੁੰਦਾ ਹੀ ਨਾ। ਡਾਟਾ ਇਹ ਕਹਿੰਦਾ ਕਿ ਹਰ ਕੁਝ ਸਕਿੰਟਾਂ ਬਾਅਦ ਇੱਕ ਸੁਸਾਈਡ ਹੋ ਰਿਹਾ, ਮਤਲਬ ਕਿ ਸੁਸਾਈਡ ਓਵਰਆਲ ਡੈਥ ਦਾ ਸਭ ਤੋਂ ਵੱਡੇ ਕਾਰਨਾਂ ਦੇ ਵਿੱਚ ਦੂਜਾ ਕਾਰਨ। ਡਾਟਾ WHO ਵਗੈਰਾ ਦੀਆਂ ਸੰਸਥਾਵਾਂ ਦਾ ਕਹਿੰਦਾ ਵੀ ਜਿਹੜੇ ਮਰਨ ਦਾ ਸਭ ਤੋਂ ਵੱਡਾ ਕਾਰਨ ਐਕਸੀਡੈਂਟ, ਦੂਸਰਾ ਸੁਸਾਈਡ, ਜਿਹੜੀਆਂ ਅਨਨੈਚੁਰਲ ਡੈਥਸ ਨੇ। ਸੁਸਾਈਡ ਇੱਕ ਵਨ ਆਫ ਦਾ ਮੇਜਰ ਰੀਜ਼ਨ ਆ ਮੌਤ ਦਾ। ਔਰ ਜੇ ਡਾਟਾ ਦੀ ਗੱਲ ਕਰੀਏ ਤਾਂ ਲੱਖਾਂ ਬੰਦੇ ਇੱਕ ਮਹੀਨੇ ਦੇ ਵਿੱਚ ਸੁਸਾਈਡ ਕਰਦੇ ਨੇ, ਮਤਲਬ 30-40 ਸੈਕਿੰਡ ਦੇ ਵਿੱਚ ਇੱਕ ਸੁਸਾਈਡ ਬਣਦਾ ਵਿਸ਼ਵ ਦੇ ਕਿਸੇ ਨਾ ਕਿਸੇ ਕੋਨੇ 'ਚ। ਕਰੀਏ ਅੱਜ ਦੀ ਗੱਲ ਹੈ ਕਿ ਇੱਕ ASI ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ SHO ਨੇ ਉਸ ਨੂੰ ਥੋੜ੍ਹਾ ਜਿਹਾ ਗੁੱਸੇ ਦੇ ਨਾਲ ਗਲਤ ਬੋਲਤਾ ਤੇ ਉਸਨੇ ਖੁਦ ਹੀ ਜਿਹੜੀ ਸਰਵਿਸ ਰਿਵਾਲਵਰ ਉਹਦੇ ਨਾਲ ਗੋਲੀ ਮਾਰ ਲਈ। ਬਹੁਤ ਸਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ। ਕਈ ਵਿਚਾਰ ਤਾਂ ਤੁਹਾਨੂੰ ਕਈ ਵਾਰ ਤੰਗ ਪਰੇਸ਼ਾਨ ਕਰਦੇ ਨੇ, ਪਰ ਉਹ ਸੱਚਾਈ ਹੁੰਦੀ ਵੀ ਨਹੀਂ। ਤੁਹਾਨੂੰ ਲੱਗਦਾ ਕਿ ਮੈਂ ਮੰਨ ਲਓ ਕਿਸੇ ਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਪੈਸੇ ਦੇਣੇ ਨੇ, ਤੁਹਾਨੂੰ ਲੱਗਦਾ ਕਿ ਉਹ ਮੈਨੂੰ ਬੁਰਾ ਭਲਾ ਕਹੂਗਾ, ਮੈਨੂੰ ਜਲੀਲ ਕਰੂਗਾ, ਮੈਨੂੰ ਲੋਕਾਂ ਸਾਹਮਣੇ ਇੱਦਾਂ ਕਰੂਗਾ, ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਹਾਲਾਂਕਿ ਉਹ ਸਾਰਿਆਂ ਨੇ ਹੋ ਸਕਦਾ ਕੋਈ ਸੋਚਿਆ ਨਾ ਹੋਵੇ। ਯੂਥ ਤਾਂ ਵੈਸੇ ਹੀ ਕ੍ਰਿਟੀਕਲ ਅਵਸਥਾ ਹੈਗੀ ਆ ਪੂਰੀ ਜ਼ਿੰਦਗੀ ਦੀ, ਕਿਉਂਕਿ ਉਹ ਟ੍ਰਾਂਜੀਸ਼ਨ ਦਾ ਇੱਕ ਪੀਰੀਅਡ ਆ, ਬਦਲਾਅ ਦਾ ਸਮਾਂ, ਕਿ ਉਹ ਆਪਣਾ ਚਾਈਲਡਹੁੱਡ ਤੋਂ ਅਡਲਟਹੁੱਡ ਦੇ ਵਿੱਚ ਕਨਵਰਟ ਹੁੰਦਾ। ਇਹ ਕਨਵਰਜਨ ਦੇ ਦੌਰਾਨ ਉਹਨੂੰ ਬਹੁਤ ਸਾਰੇ ਚੈਲੰਜਸ ਨੇ, ਜਿਹਦੇ 'ਚ ਉਹਦੇ ਕੋਗਨੀਟਿਵ ਚੈਲੰਜ ਮੀਨਸ ਸੋਚ ਉਹਦੀ ਬਦਲਦੀ ਆ, ਇਮੋਸ਼ਨਲ ਚੇਂਜਸ ਆਉਂਦੀਆਂ ਨੇ, ਭਾਵਨਕ ਲੈਵਲ 'ਤੇ ਉਹ ਚੀਜ਼ਾਂ ਸਿੱਖਦਾ, ਸੋਸ਼ਲ ਚੇਂਜਸ ਆਉਂਦੀਆਂ ਨੇ, ਨਵੇਂ ਰੋਲ ਮਿਲਦੇ ਨੇ, ਅਕੈਡਮਿਕ ਰੋਲ, ਕਾਰੋਬਾਰ ਦੇ ਰੋਲ, ਰਿਸ਼ਤੇ ਨਾਤਿਆਂ ਦੇ ਰੋਲ। ਇਹ ਜਿੰਨਾ ਹੀ ਜ਼ਿਆਦਾ ਕਿਉਰਿਓਸਿਟੀ ਔਰ ਕ੍ਰਿਟੀਕਲ ਪੀਰੀਅਡ ਉਨਾ ਹੀ ਜ਼ਿਆਦਾ ਰਿਸਕ ਵਧਾ ਦਿੰਦਾ। ਸਭ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਪ੍ਰੀਵੈਂਸ਼ਨ ਮੀਨਸ ਰੋਕਥਾਮ। ਅਨਫੋਰਚੂਨੇਟਲੀ ਜੇ ਬਦਕਿਸਮਤੀ ਨਾਲ ਨਹੀਂ ਰੋਕਥਾਮ ਹੋਈ ਤਾਂ ਦੂਸਰਾ ਫੇਜ਼ ਹੁੰਦਾ ਪੋਸਟਵੈਂਸ਼ਨ, ਕਿਉਂਕਿ ਸੁਸਾਈਡ ਹੋਣ ਤੋਂ ਬਾਅਦ ਵੀ ਖਤਰਾ ਉਨਾ ਹੀ ਰਹਿੰਦਾ ਬਾਕੀ ਲੋਕਾਂ ਲਈ ਜਿਨ੍ਹਾਂ ਨੇ ਸਿਹਾ ਸੁਸਾਈਡ, ਦੇਖਿਆ ਸੁਸਾਈਡ, ਜਿਹੜੇ ਵਿਟਨੈਸ। ਦੇਖੋ, ਜਿਹੜਾ ਸਭ ਤੋਂ ਪਹਿਲਾਂ ਖੁਦ ਜੇ ਕੋਈ ਵੀ ਬੰਦਾ ਇਹੋ ਜਿਹਾ ਵਿਚਾਰ ਆ ਰਿਹਾ ਜਿਹਨੂੰ ਇਹ ਲੱਗ ਰਿਹਾ ਕਿ ਉਹ ਟਰੈਪਡ ਆ, ਫਸ ਗਿਆ, ਮਤਲਬ ਉਹਨੂੰ ਕੋਈ ਰਾਸਤਾ ਨਹੀਂ ਨਜ਼ਰ ਆ ਰਿਹਾ, ਇਹ ਸਭ ਤੋਂ ਵੱਡੀ ਫਸਟ ਸਟੈਪ ਆ। ਜਦੋਂ ਉਹਨੂੰ ਇੱਕ ਫਸਿਆ ਹੋਇਆ ਤੇ ਬੇਆਸ ਨਜ਼ਰ ਆਵੇ ਵੀ ਹੁਣ ਕੋਈ ਸਾਰੇ ਦਰਵਾਜ਼ੇ ਬੰਦ ਨੇ, ਉਹਨੂੰ ਲੱਗਦਾ ਕਿ ਮੈਂ ਹੁਣ ਟਰੈਪ ਹੋ ਗਿਆ ਔਰ ਕੋਈ ਰਾਸਤਾ ਨਹੀਂ, ਕੋਈ ਆਸ ਵੀ ਨਹੀਂ, ਕਿਸੇ ਨੇ ਮੇਰੀ ਮਦਦ ਨਹੀਂ ਕਰਨੀ, ਨਾ ਖੁਦ ਤੋਂ ਆਸ ਨਾ ਦੂਸਰਿਆਂ ਤੋਂ ਆਸ। ਆਮ ਜ਼ਿੰਦਗੀ 'ਚ ਕਿਸੇ ਨੂੰ ਵੀ ਪੁੱਛ ਲੈ ਵੀ ਤੁਹਾਨੂੰ ਕਦੇ ਜ਼ਿੰਦਗੀ 'ਚ ਇਸ ਤਰ੍ਹਾਂ ਹੋਇਆ, ਹਰ ਬੰਦਾ ਇਸ ਦਾ ਜਵਾਬ ਹਾਂ 'ਚ ਦਊਗਾ ਕਿ ਮੈਨੂੰ ਹੁੰਦਾ ਤਾਂ ਹੈ, ਪਰ ਇਹ ਆਉਂਦਾ ਤੇ ਚਲਾ ਜਾਂਦਾ। ਸਿਰਫ ਇਹ ਚੀਜ਼ ਹੈ, ਇੱਕ ਚੀਜ਼ ਸੋਚੋ, ਪਹਿਲੀ ਗੱਲ ਕਿ ਵਿਚਾਰ ਸੱਚ ਨਹੀਂ ਹੁੰਦੇ, ਵਿਚਾਰਾਂ ਨੂੰ ਆਪਾਂ ਨੂੰ ਮੰਨਣਾ ਨਹੀਂ ਚਾਹੀਦਾ। ਰਿਐਲਿਟੀ, ਸੱਚਾਈ ਔਰ ਸੋਚਣਾ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਚੀਜ਼ਾਂ ਕਰਨ ਨਾਲ ਹੁੰਦੀਆਂ ਨੇ, ਸਿਰਫ ਸੋਚਣ ਨਾਲ ਨਹੀਂ। ਜੇ ਇੰਨਾ ਹੀ ਗੱਲ ਕਰਨਾ ਜ਼ਰੂਰੀ ਹੈ ਤਾਂ ਫਿਰ ਕਿਉਂ ਨਹੀਂ ਕਰਦੇ ਗੱਲ? ਇਸ ਦੇ ਵਿੱਚ ਉਹ ਬੰਦੇ ਦੀ ਜ਼ਿੰਮੇਵਾਰੀ ਘੱਟ ਹੈ, ਜ਼ਿੰਮੇਵਾਰੀ ਆਪਾਂ ਲੋਕ ਹਾਂ, ਸਮਾਜ ਹੈ। ਕਿਉਂ? ਕਿਉਂਕਿ ਗੱਲ ਤਾਂ ਬੰਦਾ ਤਾਂ ਕਰੇ ਜੇ ਉਹਨੂੰ ਇਹ ਇੰਪ੍ਰੈਸ਼ਨ ਹੋਵੇ ਵੀ ਕੋਈ ਮੇਰੀ ਸੁਣੂਗਾ। ਪਹਿਲਾਂ ਜਿਹੜੀਆਂ ਐਜੰਪਸ਼ਨ ਆ ਉਹਦੇ ਪੁਰਾਣੇ ਐਕਸਪੀਰੀਅੰਸ ਕਰਕੇ ਇਹ ਹੋ ਗਈਆਂ ਕਿ ਗੱਲ ਕਰਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਯਾਰ, ਇਹਨਾਂ ਨੇ ਤਾਂ ਮਨਾ ਹੀ ਕਰਨਾ, ਇਹਨਾਂ ਨੇ ਤਾਂ ਮੇਰੇ ਗਾਲ ਹੀ ਪੈਣਾ। ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਵੀ ਹਾਂ ਤਾਂ ਦੂਸਰਾ ਬੰਦਾ ਦੋ ਹਰਫੀ ਗੱਲ ਸੁਣ ਕੇ ਕੁਇੱਕ ਫਿਕਸ ਕਰਨ ਦੀ ਕੋਸ਼ਿਸ਼ ਕਰਦਾ, ਕੁਇੱਕ ਵੀ ਛੱਡ ਯਾਰ ਇੱਧਰ ਆ, ਪਹਿਲਾਂ ਆ ਤੈਨੂੰ ਆ ਨਚਾਈਏ, ਤੈਨੂੰ ਗਵਾਈਏ, ਆ ਤੈਨੂੰ ਪੈਗ ਲਵਾਈਏ। ਅੱਛਾ, ਬਹੁਤ ਸਾਰੀਆਂ ਹੁਣ ਇਸ ਮਾਮਲੇ ਦੇ ਵਿੱਚ ਮੈਡੀਸਨਸ ਵੀ ਚੱਲਦੀਆਂ ਨੇ। ਲੋਕ ਸਟਰੈਸ ਤੋਂ ਪਰੇ ਕਰਨ ਦੇ ਲਈ, ਆਪਣੇ ਵਿਚਾਰਾਂ ਨੂੰ ਰੋਕਣ ਦੇ ਲਈ ਕੁਝ ਤਾਂ ਨਸ਼ੇ ਦਾ ਵੀ ਸਹਾਰਾ ਲੈ ਲੈਂਦੇ ਨੇ, ਕੁਝ ਕੈਮੀਕਲਸ ਇਸ ਤਰ੍ਹਾਂ ਦੇ ਜਿਹੜੇ ਨੇ ਰਿਲੀਜ਼ ਹੋ ਜਾਂਦੇ ਨੇ, ਜਾਂ ਕੁਝ ਦਵਾਈਆਂ 'ਤੇ ਜਿਹੜੇ ਨਿਰਭਰ ਹੋ ਜਾਂਦੇ ਨੇ। ਇਹ ਦੋਨਾਂ 'ਚੋਂ ਹੁਣ ਕੀ ਚੀਜ਼ ਠੀਕ ਹੈ? ਬਹੁਤ ਸਾਰੇ ਮਨੋਰੋਗ ਨੇ ਜਿਹੜੇ ਸਿਰਫ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਠੀਕ ਹੋ ਸਕਦੇ ਨੇ। ਇਹਦੇ 'ਚ ਜ਼ਰੂਰੀ ਗੱਲਾਂ ਇਹ ਨੇ, ਸਭ ਤੋਂ ਪਹਿਲਾਂ ਜਿਹੜੀ ਮੈਂ ਹਰ ਵਾਰ ਕਹਿੰਦਾ ਕਿ ਦਿਨਚਰਿਆ, ਇੱਕ ਫਿਕਸ ਰੂਟੀਨ ਜਿਹਨੂੰ ਆਪਾਂ ਨਿਤਨੇਮ ਜਾਂ ਡੇਲੀ ਰੂਟੀਨ ਕਿਸੇ ਰੂਪ 'ਚ ਕਹਿ ਲਓ, ਇੱਕ ਨਿਯਮ ਹੋਣਾ ਚਾਹੀਦਾ ਕਿ ਸਵੇਰੇ ਕਿੰਨੇ ਵਜੇ ਉੱਠਣਾ ਅਤੇ ਕੀ ਕਰਨਾ। ਜਿਹੜੇ ਬੰਦੇ ਇਹ ਨਿਯਮ 'ਚ ਰਹਿਣਗੇ ਉਹ ਬੰਦੇ ਇਹੋ ਜਿਹੀਆਂ ਚੀਜ਼ਾਂ 'ਚ ਘੱਟ ਜਾਂਦੇ ਨੇ। ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਜੋ ਤੁਸੀਂ ਸੋਚਣ ਲੱਗ ਜਾਂਦੇ ਹੋ ਫਿਰ ਉਹ ਹੋ ਵੀ ਜਾਂਦਾ ਹੈ, ਇਸ ਤਰ੍ਹਾਂ ਵੀ ਸੋਚਿਆ ਜਾਂਦਾ ਹੈ। ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ। ਇਹ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਵੀ ਜੋ ਸੋਚੋਗੇ ਹੋ ਜਾਓਗੇ। ਨਹੀਂ, ਇਹ ਨਹੀਂ ਹੁੰਦਾ। ਮੈਂ ਕਹੂੰਗਾ ਵੀ ਸੋਚ ਔਰ ਹੋਣਾ ਬਿਲਕੁਲ ਜੁਦਾ ਸਿੰਘਾ। ਚੀਜ਼ਾਂ ਕਰਨ ਨਾਲ ਹੁੰਦੀਆਂ ਨੇ, ਸੋਚਣ ਨਾਲ ਤਾਂ ਕਦੇ ਵੀ ਨਹੀਂ ਹੁੰਦੀਆਂ।
ਕਿਸੇ ਨੂੰ ਮੈਂ ਦੱਸਤਾ ਜੇ ਲੋਕ ਕਿਤੇ ਪਾਗਲ ਨਾ ਸਮਝਣ ਲੱਗ ਜਾਣ, ਲੋਕ ਕੀ ਕਹਿਣਗੇ। ਇਸ ਕਰਕੇ ਇਹਨੂੰ ਕਹਿੰਦੇ ਨੇ ਵੀ ਤੁਸੀਂ ਐ ਨਾ ਰਹੋ ਕਿ ਅੰਦਰ ਹੀ ਅੰਦਰ ਰੱਖੋ, ਮਦਦ ਜੇ ਮੰਗਣੀ ਹੈ ਤਾਂ ਖੁੱਲ੍ਹ ਕੇ ਮੰਗੋ, ਔਰ ਜੇ ਕਿਸੇ ਨੇ ਦੇਣੀ ਹੈ ਵੀ ਤਾਂ ਵੀ ਦਿਓ ਜਾ ਕੇ। ਇਸ ਦੇ ਵਿੱਚ ਕੋਈ ਇਹੋ ਜਿਹਾ ਐਟੀਟਿਊਡ ਨਾ ਰੱਖਣਾ ਚਾਹੀਦਾ ਕੰਜੂਸਾਂ ਵਾਲਾ। ਮਦਦ ਦੇਣ ਵੇਲੇ ਵੀ ਔਰ ਲੈਣ ਵੇਲੇ ਵੀ ਪੂਰੀ ਖੁੱਲ੍ਹਦਿਲੀ ਨਾਲ ਮਦਦ ਮੰਗੋ, ਜਿਵੇਂ ਬਾਕੀ ਚੀਜ਼ਾਂ 'ਚ ਮੰਗਦੇ ਆ। ਇਹ ਵੀ ਸਿਰਫ ਆਮ ਬਿਮਾਰੀਆਂ ਵਰਗੀ ਬਿਮਾਰੀ ਹੈ, ਕਦੇ ਵੀ ਕਿਸੇ ਨੂੰ ਵੀ ਹੋ ਸਕਦਾ ਮਾਨਸਿਕ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਰਣਬੀਰ ਸਿੰਘ ਰਾਣਾ। ਵਰਲਡ ਸੁਸਾਈਡ ਪ੍ਰੀਵੈਂਸ਼ਨ ਡੇ ਹੈ, ਜਿਸ ਤੇ ਗੱਲਬਾਤ ਕਰਨ ਜਾ ਰਹੇ ਹਾਂ, ਕਿਉਂਕਿ ਬਹੁਤ ਲੋਕਾਂ ਨੂੰ ਇਸ ਦਿਨ ਦਾ ਪਤਾ ਵੀ ਨਹੀਂ। ਪਰ ਅਸੀਂ ਜਦੋਂ ਆਲੇ ਦੁਆਲੇ ਝਾਤ ਮਾਰਦੇ ਹਾਂ, ਕੋਈ ਖਬਰਾਂ ਸੁਣਦੇ ਹਾਂ, ਅਖਬਾਰ ਪੜ੍ਹਦੇ ਹਾਂ, ਤਾਂ ਸੋਸ਼ਲ ਮੀਡੀਆ ਦੇਖਦੇ ਹਾਂ ਤਾਂ ਪਤਾ ਲੱਗਦਾ ਕਿ ਹਰ ਰੋਜ਼ ਕਿੰਨੇ ਲੋਕ ਖੁਦਕੁਸ਼ੀ ਕਰ ਲੈਂਦੇ ਨੇ, ਇਸ ਜ਼ਿੰਦਗੀ ਤੋਂ ਚਲੇ ਜਾਂਦੇ ਨੇ। ਤੇ ਕਾਰਨ ਜਦੋਂ ਤੁਸੀਂ ਸੁਣਦੇ ਹੋ ਤਾਂ ਤੁਸੀਂ ਖੁਦ ਵੀ ਇਹ ਗੱਲ ਆਖ ਦਿੰਦੇ ਹੋ ਕਿ ਐਡੀ ਕਿਹੜੀ ਵੱਡੀ ਗੱਲ ਸੀਗੀ ਕਿ ਐਡਾ ਵੱਡਾ ਕਦਮ ਚੁੱਕ ਲਿਆ। ਸਾਰਾ ਪਰਿਵਾਰ ਰੋਂਦਾ ਏ, ਸਕੇ ਸੰਬੰਧੀ, ਦੋਸਤ ਮਿੱਤਰ ਜਿਹੜੇ ਦੂਰ ਵਾਲੇ ਵੀ ਹੁੰਦੇ ਨੇ, ਤੁਹਾਨੂੰ ਕਦੇ ਮਿਲੇ ਵੀ ਨਹੀਂ ਹੁੰਦੇ, ਉਹ ਵੀ ਇਹ ਗੱਲ ਸੋਚਦੇ ਨੇ ਵੀ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ। ਤੇ ਇਸੇ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਈਕੋਲੋਜਿਸਟ ਡਾਕਟਰ ਤਰਲੋਚਨ ਸਿੰਘ ਮੌਜੂਦ ਨੇ। ਡਾਕਟਰ ਸਾਹਿਬ, ਸਵਾਗਤ ਹੈ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ। ਜਿਸ ਢੰਗ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕਿ ਖੁਦਕੁਸ਼ੀ ਰੋਕਥਾਮ ਦਿਵਸ ਹੈ ਨਾ, ਖੁਦਕੁਸ਼ੀ ਤਾਂ ਰੋਕਣੀ ਬਣਦੀ ਹੈ ਕਿਉਂਕਿ ਖੁਦਕੁਸ਼ੀ ਬਹੁਤ ਹੋ ਰਹੀ ਹੈ। ਤੇ ਜਿਵੇਂ ਮੈਂ ਸ਼ੁਰੂਆਤ ਕੀਤੀ ਕਿ ਜਦੋਂ ਕੋਈ ਕਰ ਲੈਂਦਾ ਹੈ ਤਾਂ ਇੱਕ ਤਾਂ ਸਾਰੇ ਰੋਂਦੇ ਨੇ, ਪਰਿਵਾਰਿਕ ਮੈਂਬਰ, ਰਿਸ਼ਤੇਦਾਰ, ਘਰ ਦੇ, ਤੇ ਉਹਨਾਂ ਨੂੰ ਲੱਗਦਾ ਕਿ ਜੇ ਸਾਨੂੰ ਦੱਸ ਦਿੰਦਾ ਤਾਂ ਇਸ ਤਰ੍ਹਾਂ ਹੁੰਦਾ ਹੀ ਨਾ। ਤੇ ਇਹ ਕਿੰਨੀ ਕੁ ਪਹਿਲਾਂ ਤਾਂ ਯੂਥ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੋਚ ਆ ਰਹੀ ਹੈ, ਬਹੁਤ ਸਾਰੇ ਲੋਕ ਛੋਟੇ-ਛੋਟੇ ਕਾਰਨਾਂ ਤੇ ਖੁਦਕੁਸ਼ੀ ਕਰ ਲੈਂਦੇ ਆ। ਡਾਟਾਜ਼ ਕੀ ਕਹਿੰਦੇ ਨੇ? ਬਿਲਕੁਲ, ਦੇਖੋ ਜੀ, ਸੁਸਾਈਡ ਪਹਿਲਾਂ ਤਾਂ ਇਹ ਬਹੁਤ ਇੱਕ ਕੰਪਲੈਕਸ ਫਿਨੋਮੇਨਾ। ਇਹਦੇ ਪਿੱਛੇ ਇੱਕ ਸਿੰਗਲ ਕਾਰਨ ਨਹੀਂ ਹੁੰਦਾ, ਬਹੁਤ ਸਾਰੇ ਕਾਰਨ ਹੋ ਸਕਦੇ ਨੇ। ਔਰ ਕੁਝ ਕਾਰਨ ਸਾਨੂੰ ਐਂ ਲੱਗਦਾ ਜਿਹੜੇ ਕਿ ਬੜੇ ਛੋਟੇ ਸੀ, ਉਹ ਤਾਂ ਟ੍ਰਿਗਰ ਨੇ। ਉਸਦੇ ਅਸਲੀ ਕਾਰਨ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲਦੇ ਆ ਰਹੇ ਨੇ। ਜੇ ਡਾਟਾ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ, ਗੂਗਲ 'ਤੇ ਸਰਚ ਕਰੋ, ਡਾਟਾ ਇਹ ਕਹਿੰਦਾ ਕਿ ਹਰ ਕੁਝ ਸਕਿੰਟਾਂ ਬਾਅਦ ਇੱਕ ਸੁਸਾਈਡ ਹੋ ਰਿਹਾ। ਮਤਲਬ ਕਿ ਸੁਸਾਈਡ ਓਵਰਆਲ ਡੈਥ ਦਾ ਸਭ ਤੋਂ ਵੱਡੇ ਕਾਰਨਾਂ ਦੇ ਵਿੱਚ ਦੂਜਾ ਕਾਰਨ ਆ। ਡਾਟਾ WHO ਵਗੈਰਾ ਦੀਆਂ ਸੰਸਥਾਵਾਂ ਦਾ ਕਹਿੰਦਾ ਵੀ ਜਿਹੜੇ ਮਰਨ ਦਾ ਸਭ ਤੋਂ ਵੱਡਾ ਕਾਰਨ ਐਕਸੀਡੈਂਟ, ਦੂਸਰਾ ਸੁਸਾਈਡ, ਜਿਹੜੀਆਂ ਅਨਨੈਚੁਰਲ ਡੈਥਸ ਨੇ। ਸੁਸਾਈਡ ਇੱਕ ਵਨ ਆਫ ਦਾ ਮੇਜਰ ਰੀਜ਼ਨ ਆ ਮੌਤ ਦਾ। ਔਰ ਜੇ ਡਾਟਾ ਦੀ ਗੱਲ ਕਰੀਏ ਤਾਂ ਲੱਖਾਂ ਬੰਦੇ ਇੱਕ ਮਹੀਨੇ ਦੇ ਵਿੱਚ ਸੁਸਾਈਡ ਕਰਦੇ ਨੇ। ਮਤਲਬ 30-40 ਸੈਕਿੰਡ ਦੇ ਵਿੱਚ ਇੱਕ ਸੁਸਾਈਡ ਬਣਦਾ ਵਿਸ਼ਵ ਦੇ ਕਿਸੇ ਨਾ ਕਿਸੇ ਕੋਨੇ 'ਚ। ਜੇ ਆਪਾਂ ਡਾਟੇ ਦੀ ਗੱਲ ਕਰੀਏ, ਉਹਦੇ 'ਚ ਹਰ ਵਰਗ ਦਾ ਬੰਦਾ ਸ਼ਾਮਿਲ ਆ। ਸਵਾਲ ਹੁਣ ਇਹ ਪੈਦਾ ਹੁੰਦਾ ਹੈ ਕਿ ਜਦੋਂ ਕੋਈ ਵਿਦਿਆਰਥੀ ਖੁਦਕੁਸ਼ੀ ਕਰ ਲੈਂਦਾ ਹੈ, ਪਰਿਵਾਰ ਨੇ ਭੇਜਿਆ ਹੁੰਦਾ ਹੈ ਪੜ੍ਹਨ ਲਿਖਣ ਵਾਸਤੇ, ਆ ਤੁਸੀਂ ਦੇਖੋ ਕਿ PAU ਦੇ ਵਿੱਚ ਖੁਦਕੁਸ਼ੀ ਕਿੰਨੀਆਂ ਲੜਕੀਆਂ ਕਰ ਗਈਆਂ ਨੇ। ਉਸ ਤੋਂ ਬਾਅਦ ਦੀ ਗੱਲ ਕਰੀਏ, ਅੱਜ ਦੀ ਗੱਲ ਹੈ ਕਿ ਇੱਕ ASI ਨੇ ਇਸ ਕਰਕੇ ਖੁਦਕੁਸ਼ੀ ਕਰ ਲਈ ਕਿ SHO ਨੇ ਉਸ ਨੂੰ ਥੋੜ੍ਹਾ ਜਿਹਾ ਗੁੱਸੇ ਦੇ ਨਾਲ ਗਲਤ ਬੋਲਤਾ ਤੇ ਉਸਨੇ ਖੁਦ ਹੀ ਜਿਹੜੀ ਸਰਵਿਸ ਰਿਵਾਲਵਰ ਹੈ ਉਹਦੇ ਨਾਲ ਗੋਲੀ ਮਾਰ ਲਈ। ਬਹੁਤ ਸਾਰੇ ਇਸ ਤਰ੍ਹਾਂ ਦੀਆਂ ਜਿਹੜੀਆਂ ਐਗਜ਼ਾਮਪਲਸ ਨੇ। ਦੇਖੋ, ਯੂਥ ਦੀ ਜੇ ਗੱਲ ਕਰੀਏ, ਯੂਥ ਤਾਂ ਵੈਸੇ ਹੀ ਕ੍ਰਿਟੀਕਲ ਅਵਸਥਾ ਹੈਗੀ ਆ ਪੂਰੀ ਜ਼ਿੰਦਗੀ ਦੀ, ਕਿਉਂਕਿ ਉਹ ਟ੍ਰਾਂਜੀਸ਼ਨ ਦਾ ਇੱਕ ਪੀਰੀਅਡ ਆ, ਬਦਲਾਅ ਦਾ ਸਮਾਂ, ਕਿ ਉਹ ਆਪਣਾ ਚਾਈਲਡਹੁੱਡ ਤੋਂ ਅਡਲਟਹੁੱਡ ਦੇ ਵਿੱਚ ਕਨਵਰਟ ਹੁੰਦਾ। ਇਹ ਕਨਵਰਜਨ ਦੇ ਦੌਰਾਨ ਉਹਨੂੰ ਬਹੁਤ ਸਾਰੇ ਚੈਲੰਜਸ ਨੇ, ਜਿਹਦੇ 'ਚ ਉਹਦੇ ਕੋਗਨੀਟਿਵ ਚੈਲੰਜ ਮੀਨਸ ਸੋਚ ਉਹਦੀ ਬਦਲਦੀ ਆ, ਇਮੋਸ਼ਨਲ ਚੇਂਜਸ ਆਉਂਦੀਆਂ ਨੇ, ਭਾਵਨਕ ਲੈਵਲ 'ਤੇ ਉਹ ਚੀਜ਼ਾਂ ਸਿੱਖਦਾ, ਸੋਸ਼ਲ ਚੇਂਜਸ ਆਉਂਦੀਆਂ ਨੇ, ਨਵੇਂ ਰੋਲ ਮਿਲਦੇ ਨੇ, ਅਕੈਡਮਿਕ ਰੋਲ, ਕਾਰੋਬਾਰ ਦੇ ਰੋਲ, ਰਿਸ਼ਤੇ ਨਾਤਿਆਂ ਦੇ ਰੋਲ। ਇਹ ਜਿੰਨਾ ਹੀ ਜ਼ਿਆਦਾ ਕਿਉਰਿਓਸਿਟੀ ਔਰ ਕ੍ਰਿਟੀਕਲ ਪੀਰੀਅਡ ਉਨਾ ਹੀ ਜ਼ਿਆਦਾ ਰਿਸਕ ਵਧਾ ਦਿੰਦਾ। ਅੱਜ ਨਾ ਡਾਕਟਰ ਸਾਹਿਬ ਅਸੀਂ ਇਹ ਗੱਲ ਕਰਨਾ ਚਾਹੁੰਦੇ ਹਾਂ ਕਿ ਇਸ ਤੋਂ ਬਚਣਾ ਹੈ ਅਸੀਂ, ਕਿਉਂਕਿ ਕਾਰਨ ਤਾਂ ਮਲਟੀਪਲ ਰੀਜ਼ਨਸ ਨੇ, ਹੈਨਾ, ਪਰ ਅਸੀਂ ਇਹ ਤੋਂ ਬਚਣਾ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਵੀ ਤੁਹਾਡੀ ਇਹ ਗੱਲਬਾਤ ਸੁਣੇ ਤਾਂ ਜੇ ਉਹਦਾ ਮਾੜਾ ਮੋਟਾ ਵੀ ਖਿਆਲ ਇੱਧਰ ਨੂੰ ਆਉਂਦਾ ਹੈ ਤਾਂ ਉਹ ਇਸ ਪਾਸੇ ਨਾ ਜਾਵੇ। ਬਿਲਕੁਲ, ਉਹਦੇ ਲਈ ਦੇਖੋ ਹੁਣ ਕਰਨਾ ਕੀ ਹੈ, ਮੈਂ ਆਪ ਇਹੀ ਚਾਹੁੰਦਾ ਦੱਸਣਾ ਕਿ ਕਰੀਏ ਕੀ। ਉਹਦੇ ਵਿੱਚ 2 ਫੇਜ਼ ਨੇ। ਸਭ ਤੋਂ ਪਹਿਲਾਂ ਆਪਾਂ ਕਹਿੰਦੇ ਹਾਂ ਪ੍ਰੀਵੈਂਸ਼ਨ, ਮੀਨਸ ਰੋਕਥਾਮ। ਅਨਫੋਰਚੂਨੇਟਲੀ ਜੇ ਬਦਕਿਸਮਤੀ ਨਾਲ ਨਹੀਂ ਰੋਕਥਾਮ ਹੋਈ ਤਾਂ ਦੂਸਰਾ ਫੇਜ਼ ਹੁੰਦਾ ਪੋਸਟਵੈਂਸ਼ਨ, ਕਿਉਂਕਿ ਸੁਸਾਈਡ ਹੋਣ ਤੋਂ ਬਾਅਦ ਵੀ ਖਤਰਾ ਉਨਾ ਹੀ ਰਹਿੰਦਾ ਬਾਕੀ ਲੋਕਾਂ ਲਈ ਜਿਨ੍ਹਾਂ ਨੇ ਸਹਿਆ ਸੁਸਾਈਡ, ਦੇਖਿਆ ਸੁਸਾਈਡ, ਜਿਹੜੇ ਵਿਟਨੈਸ ਨੇ। ਰੋਕਥਾਮ ਲਈ ਇਹਨਾਂ ਦੇ ਕੁਝ ਚਿੰਨ੍ਹ ਨੇ। ਸਭ ਤੋਂ ਪਹਿਲਾਂ ਤਾਂ ਵਾਰਨਿੰਗ ਸਾਈਨ ਸਾਨੂੰ ਪਹਿਚਾਣ ਲੈਣੇ ਚਾਹੀਦੇ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਆਪਾਂ ਬਹੁਤ ਸਾਰੇ ਪ੍ਰੋਗਰਾਮ 'ਚ ਇਹੋ ਜਿਹੀਆਂ ਗੱਲਾਂ 'ਚ ਇਹ ਚਿੰਨ੍ਹ ਦੱਸੇ ਨੇ, ਔਰ ਅਕਸਰ ਇਹ ਲੋਕਾਂ ਨੂੰ ਆਪਾਂ ਇਗਨੋਰ ਕਰਦੇ ਹਾਂ, ਆਪਾਂ ਨੂੰ ਲੱਗਦਾ ਵੀ ਐਂ ਹੀ ਮਾਰਦਾ। ਜਿਵੇਂ ਸਭ ਤੋਂ ਪਹਿਲਾਂ ਤਾਂ ਸੋਚ 'ਚ ਤਬਦੀਲੀ ਆਉਣੀ, ਕਿ ਨੈਗੇਟਿਵ ਸੋਚਣਾ, ਇਸ ਤਰ੍ਹਾਂ ਦੀਆਂ ਗੱਲਾਂ, ਨੈਗੇਟਿਵ ਨਾ ਮੁਖੀ ਗੱਲਾਂ ਕਰਨ ਲੱਗ ਜਾਂਦਾ। ਫਿਰ ਇਮੋਸ਼ਨਲ ਲੈਵਲ 'ਤੇ ਆ ਜਾਂਦੀ ਹੈ ਕਿ ਗੁੱਸਾ, ਐਂਗਰ, ਛੋਟੀ ਗੱਲ 'ਤੇ ਚਿੜ ਜਾਣਾ, ਇਸ ਤਰ੍ਹਾਂ ਦੀਆਂ ਗੱਲਾਂ ਕਰਦਾ। ਸਭ ਤੋਂ ਜਿਹੜਾ ਜ਼ਰੂਰੀ ਚਿੰਨ੍ਹ ਪਹਿਚਾਨਣਾ ਉਹ ਹੈ ਵਿਡਰੋਲ,
ਮਤਲਬ ਉਹ ਸਮਾਜ ਤੋਂ, ਰਿਸ਼ਤੇ ਨਾਤਿਆਂ ਤੋਂ, ਕੰਮਕਾਰ ਤੋਂ ਕੱਟਣਾ ਸ਼ੁਰੂ ਕਰ ਦਿੰਦਾ, ਅਵੋਇਡ ਕਰਦਾ। ਔਰ ਯੂਜੂਅਲੀ ਜੋ ਹਰ ਰੋਜ਼ਮर्रा ਦੀਆਂ ਜ਼ਿੰਦਗੀ 'ਚ ਜੋ ਕਰ ਰਿਹਾ ਹੁੰਦਾ ਹੁਣ ਉਹ ਉਵੇਂ ਕਰ ਨਹੀਂ ਰਿਹਾ ਹੁੰਦਾ। ਉਹਦੀ ਰੂਟੀਨ ਦੇ ਵਿੱਚ ਇੱਕ ਸਿਗਨੀਫੀਕੈਂਟ ਬਦਲਾਅ ਆਉਂਦਾ ਵੀ ਉਹ ਚੀਜ਼ਾਂ ਬਹੁਤ ਸਾਰੀਆਂ ਘਟਾ ਦਿੰਦਾ। ਤੀਸਰਾ, ਉਹ ਗੱਲ ਵੀ ਕਰ ਰਿਹਾ ਹੁੰਦਾ ਮਰਨ ਦੀ, ਜਾਂ ਮਰਨ ਬਾਰੇ ਪੁੱਛ ਰਿਹਾ ਹੁੰਦਾ ਜਾਂ ਗੱਲ ਕਰ ਰਿਹਾ ਹੁੰਦਾ। ਚੌਥਾ ਇਸ ਤਰ੍ਹਾਂ ਹੁੰਦਾ ਕਿ ਉਹ ਹੋ ਸਕਦਾ ਇਹੋ ਜਿਹੀਆਂ ਚੀਜ਼ਾਂ ਲੱਭਦਾ ਹੋਵੇ, ਜਾਂ ਕੋਈ ਜਿਹੜੇ ਸੀਨੀਅਰ ਲੋਕ ਨੇ ਉਹ ਆਪਣੀ ਪਲਾਨਿੰਗ ਕਰ ਲੈਂਦੇ ਨੇ, ਮੇਰੇ ਤੋਂ ਬਾਅਦ ਬੱਚਿਆਂ ਦਾ ਉਹ ਸੇਵਿੰਗਸ ਦੇਖਣ ਲੱਗ ਜਾਂਦੇ ਨੇ, ਆਪਣੀ ਵਸੀਅਤ ਬਾਰੇ ਗੱਲਾਂ ਕਰਨ ਲੱਗ ਜਾਂਦੇ ਨੇ। ਇਹ ਮਤਲਬ ਜੀ ਅਚਾਨਕ ਇਹੋ ਜਿਹੀਆਂ ਗੱਲਾਂ ਆ ਰਹੀਆਂ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ। ਅੱਛਾ, ਇਹਦੇ ਵਿੱਚ ਹੁਣ ਦੋ ਪੁਆਇੰਟ ਨੇ। ਇੱਕ ਤਾਂ ਇਹ ਪੁਆਇੰਟ ਹੈ ਕਿ ਜਿਹੜੇ ਬੰਦੇ ਨੂੰ ਇਸ ਤਰ੍ਹਾਂ ਦੇ ਵਿਚਾਰ ਆ ਰਹੇ ਨੇ, ਇੱਕ ਤਾਂ ਉਹ ਕੀ ਕਰੇ ਜੇ ਕਿਸੇ ਨੂੰ ਇਸ ਤਰ੍ਹਾਂ ਦਾ ਪਤਾ ਲੱਗਦਾ ਸਾਹਮਣੇ ਵਾਲੇ ਤੋਂ, ਜਿਵੇਂ ਤੁਸੀਂ ਸਿੰਪਟਮਸ ਦੱਸੇ ਵੀ ਇਸ ਤਰ੍ਹਾਂ ਕਟਿਆ ਰਹਿਣ ਲੱਗ ਜਾਂਦਾ ਹੈ, ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਂਦਾ, ਉਹ ਕੀ ਕਰੇ? ਪਹਿਲਾਂ ਤਾਂ ਬੰਦਾ ਖੁਦ ਕੀ ਕਰੇ? ਦੇਖੋ, ਜਿਹੜਾ ਸਭ ਤੋਂ ਪਹਿਲਾਂ ਖੁਦ, ਜੇ ਕੋਈ ਵੀ ਬੰਦਾ ਇਹੋ ਜਿਹਾ ਵਿਚਾਰ ਆ ਰਿਹਾ ਜਿਹਨੂੰ ਇਹ ਲੱਗ ਰਿਹਾ ਕਿ ਉਹ ਟਰੈਪਡ ਆ, ਫਸ ਗਿਆ, ਮਤਲਬ ਉਹਨੂੰ ਕੋਈ ਰਾਸਤਾ ਨਹੀਂ ਨਜ਼ਰ ਆ ਰਿਹਾ, ਇਹ ਸਭ ਤੋਂ ਵੱਡੀ ਫਸਟ ਸਟੈਪ ਆ। ਜਦੋਂ ਉਹਨੂੰ ਇੱਕ ਫਸਿਆ ਹੋਇਆ ਤੇ ਬੇਆਸ ਨਜ਼ਰ ਆਵੇ ਵੀ ਹੁਣ ਕੋਈ ਸਾਰੇ ਦਰਵਾਜ਼ੇ ਬੰਦ ਨੇ, ਉਹਨੂੰ ਲੱਗਦਾ ਕਿ ਮੈਂ ਹੁਣ ਟਰੈਪ ਹੋ ਗਿਆ ਔਰ ਕੋਈ ਰਾਸਤਾ ਨਹੀਂ, ਕੋਈ ਆਸ ਵੀ ਨਹੀਂ, ਕਿਸੇ ਨੇ ਮੇਰੀ ਮਦਦ ਨਹੀਂ ਕਰਨੀ, ਨਾ ਖੁਦ ਤੋਂ ਆਸ ਨਾ ਦੂਸਰਿਆਂ ਤੋਂ ਆਸ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੈਂ ਇੱਕ ਮਾਹਰ ਮਨੋਵਿਗਿਆਨੀ ਆ, ਮੈਂ ਇਸ ਚੀਜ਼ ਦੀ ਪੜ੍ਹਾਈ ਕੀਤੀ ਆ। ਮਨ ਬਾਰੇ ਮੈਂ ਜਾਣਦਾ ਕਿ ਇਹ ਜਿਹੜੇ ਵਿਚਾਰ ਨੇ ਇਹ ਅਕਸਰ ਇੰਨੇ ਸੁਭਾਵਿਕ ਨੇ, ਕਿਸੇ ਵੀ ਛੋਟੀ ਮੋਟੀ ਸਟ੍ਰੈਸ 'ਚ ਕੋਈ ਵੀ ਨਾਰਮਲ ਬੰਦਾ ਟੈਂਪਰੇਰੀਲੀ ਫਸਿਆ ਹੋਇਆ ਮਹਿਸੂਸ ਕਰ ਸਕਦਾ। ਅਸੀਂ ਬਹੁਤ ਸਾਰੇ ਸਕਸੈਸਫੁਲ ਲੋਕਾਂ ਨੂੰ ਮਿਲਦੇ ਹਾਂ ਤਾਂ ਉਹ ਇੰਟਰਵਿਊਜ਼ ਦੇ ਵਿੱਚ ਦੱਸਦੇ ਨੇ ਕਿ ਸਾਡੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦਾ ਵਿਚਾਰ ਆ ਗਿਆ ਸੀ, ਪਰ ਅਸੀਂ ਉਸ ਨੂੰ ਪਰੇ ਕਰਕੇ ਅੱਗੇ ਵਧ ਗਏ ਤੇ ਅੱਜ ਸਕਸੈਸਫੁਲ ਵੀ ਹਾਂ। ਬਹੁਤ ਵਾਰੀ ਐਵੇਂ ਹੁੰਦਾ, ਆਮ ਜ਼ਿੰਦਗੀ 'ਚ ਕਿਸੇ ਨੂੰ ਵੀ ਪੁੱਛ ਲੈ ਵੀ ਤੁਹਾਨੂੰ ਕਦੇ ਜ਼ਿੰਦਗੀ 'ਚ ਇਸ ਤਰ੍ਹਾਂ ਹੋਇਆ, ਹਰ ਬੰਦਾ ਇਸ ਦਾ ਜਵਾਬ ਹਾਂ 'ਚ ਦੇਊਗਾ ਕਿ ਮੈਨੂੰ ਹੁੰਦਾ ਤਾਂ ਹੈ, ਪਰ ਇਹ ਆਉਂਦਾ ਤੇ ਚਲਾ ਜਾਂਦਾ। ਸਿਰਫ ਇਹ ਚੀਜ਼ ਹੈ, ਇੱਕ ਚੀਜ਼ ਸੋਚੋ, ਪਹਿਲੀ ਗੱਲ ਕਿ ਵਿਚਾਰ ਸੱਚ ਨਹੀਂ ਹੁੰਦੇ, ਵਿਚਾਰਾਂ ਨੂੰ ਆਪਾਂ ਨੂੰ ਮੰਨਣਾ ਨਹੀਂ ਚਾਹੀਦਾ। ਰਿਐਲਿਟੀ, ਸੱਚਾਈ ਔਰ ਸੋਚਣਾ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਚੀਜ਼ਾਂ ਕਰਨ ਨਾਲ ਹੁੰਦੀਆਂ ਨੇ, ਸਿਰਫ ਸੋਚਣ ਨਾਲ ਨਹੀਂ। ਇਸ ਕਰਕੇ ਬਹੁਤ ਵਾਰੀ ਇਹ ਸਾਨੂੰ ਹੁੰਦਾ ਵੀ ਜੋ ਲੱਗ ਰਿਹਾ ਹੁੰਦਾ ਆਪਾਂ ਉਸ ਨੂੰ ਸੱਚ ਮੰਨ ਕੇ ਐਕਸ਼ਨ ਲੈ ਲੈਂਦੇ। ਇਹ ਬਹੁਤ ਵਧੀਆ ਗੱਲ ਤੁਸੀਂ ਕਹੀ ਹੈ। ਵਿਚਾਰ ਤਾਂ ਤੁਹਾਨੂੰ ਕਈ ਵਾਰ ਤੰਗ ਪਰੇਸ਼ਾਨ ਕਰਦੇ ਨੇ, ਪਰ ਉਹ ਸੱਚਾਈ ਹੁੰਦੀ ਵੀ ਨਹੀਂ। ਤੁਹਾਨੂੰ ਲੱਗਦਾ ਕਿ ਮੈਂ ਮੰਨ ਲਓ ਕਿਸੇ ਦੇ ਇੱਕ ਛੋਟੀ ਜਿਹੀ ਐਗਜ਼ਾਮਪਲ ਹੈ ਕਿ ਪੈਸੇ ਦੇਣੇ ਨੇ, ਤੁਹਾਨੂੰ ਲੱਗਦਾ ਕਿ ਉਹ ਮੈਨੂੰ ਬੁਰਾ ਭਲਾ ਕਹੂਗਾ, ਮੈਨੂੰ ਜਲੀਲ ਕਰੂਗਾ, ਮੈਨੂੰ ਲੋਕਾਂ ਸਾਹਮਣੇ ਇਦਾਂ ਕਰੂਗਾ, ਮੇਰੇ ਰਿਸ਼ਤੇਦਾਰ ਕੀ ਕਹਿਣਗੇ। ਹਾਲਾਂਕਿ ਉਹ ਸਾਰਿਆਂ ਨੇ ਹੋ ਸਕਦਾ ਕੋਈ ਸੋਚਿਆ ਨਾ ਹੋਵੇ, ਤੇ ਹੋ ਸਕਦਾ ਜਿਹੜਾ ਸਾਹਮਣੇ ਪੈਸੇ ਲੈਣ ਵਾਲਾ ਉਹ ਵੀ ਇਸ ਤਰ੍ਹਾਂ ਨਾ ਸੋਚਦਾ ਹੋਵੇ। ਉਹਦੇ ਸਿਰਫ ਔਰ ਬੇਤੁਕੇ ਵਿਚਾਰ ਸੀ, ਪਰ ਵਿਚਾਰਾਂ ਨੂੰ ਜਦੋਂ ਸੱਚ ਮੰਨ ਲੈਂਦੇ ਆ ਉਹ ਐਕਸ਼ਨ ਲੈਵਲ ਤੇ ਜ਼ਰੂਰ ਆ ਜਾਂਦੀ ਹੈ ਗੱਲ। ਇਹਦਾ ਸਿਰਫ ਇਹੀ ਆ ਕਿ ਜਦੋਂ ਅਸੀਂ ਵਿਚਾਰ ਵਟਾਂਦਰਾ ਨਹੀਂ ਕਰਦੇ, ਗੱਲ ਸਾਂਝੀ ਨਹੀਂ ਕਰਦੇ, ਆਪਣੇ ਆਪ ਤੱਕ ਰੱਖਦੇ ਹਾਂ, ਤਾਂ ਉਹ ਸਾਡਾ ਥਾਟ ਉਨਾ ਹੀ ਰਹਿ ਜਾਂਦਾ ਔਰ ਉਸੇ ਹਿੱਸੇ 'ਚ ਬਲੌਕ ਹੋ ਜਾਂਦਾ, ਜਿਹਦੇ ਕਰਕੇ ਸਾਡਾ ਉਹ ਵਾਲਾ ਬ੍ਰੇਨ ਆ ਜਿਹੜਾ ਤਰਕ ਵਿਤਰਕ ਕਰ ਸਕਦਾ, ਕੋਈ ਰੀਜ਼ਨ ਦੇ ਸਕਦਾ, ਜਿਹਨੂੰ ਆਪਣੇ ਬ੍ਰੇਨ ਦਾ ਨਿਓਕਾਰਟੈਕਸ ਏਰੀਆ ਕਹਿੰਦੇ ਆ, ਉਹ ਏਰੀਆ ਡਿਸਕਸ਼ਨ ਨਾਲ ਹੀ ਐਕਟੀਵੇਟ ਰਹਿੰਦਾ, ਗੱਲਬਾਤ ਕਰਨ ਨਾਲ। ਇਸੇ ਕਰਕੇ ਆਪਾਂ ਸ਼ੁਰੂ ਤੋਂ ਹੀ ਸੋਚਦੇ ਹਾਂ ਵੀ ਗੱਲ ਸਾਂਝੀ ਕਰੋ, ਵਿਚਾਰ ਵਟਾਂਦਰਾ ਕਰੋ। ਅੱਛਾ, ਹੁਣ ਇੱਥੇ ਮੈਂ ਥੋੜਾ ਜਿਹਾ ਜਿਹੜੀ ਯੂਥ ਦੀ ਤੁਸੀਂ ਗੱਲ ਕੀਤੀ ਆ, ਹੁੰਦਾ ਕੀ ਆ, ਬਹੁਤ ਸਾਰੇ ਐਗਜ਼ਾਮਪਲ ਦੇ ਨੇ ਜਿਵੇਂ ਮੈਂ ਪਹਿਲਾਂ ਵੀ ਕਿਹਾ, ਪਰ ਹੁੰਦਾ ਕੀ ਹੈ ਕਿ ਇੱਕ ਮੈਂ ਥੋੜੀ ਜਿਹੀ ਐਗਜ਼ਾਮਪਲ ਦਿੰਦਾ ਕਿ ਇੱਕ ਪਰਿਵਾਰ ਸੀਗਾ, ਜਿਹੜਾ ਬੱਚਾ ਸੀਗਾ ਉਹਦੀ ਮਾਂ ਪਾਲਦੀ ਹੈ, ਕਿਉਂਕਿ ਛੋਟੇ ਹੁੰਦੇ ਹੀ ਪਿਤਾ ਦੀ ਮੌਤ ਹੋ ਜਾਂਦੀ ਹੈ। ਮਾਂ ਉਹਨੂੰ 10ਵੀਂ ਕਰਾਉਂਦੀ ਹੈ, 12ਵੀਂ ਕਰਾਉਂਦੀ ਹੈ, ਫਿਰ ਡਿਗਰੀ ਦੇ ਵਿੱਚ ਐਡਮਿਸ਼ਨ ਵੀ ਲੈ ਲੈਂਦਾ, ਡਿਗਰੀ ਵੀ ਕਰ ਲੈਂਦਾ, ਘਰ ਵੀ ਆ ਜਾਂਦਾ। ਉਸ ਦੌਰਾਨ ਉਹਦਾ ਇੱਕ ਕਿਸੇ ਦੇ ਨਾਲ ਅਫੇਅਰ ਹੋ ਜਾਂਦਾ, ਲੜਕੀ ਦੇ ਨਾਲ। ਲੜਕੀ ਉਹਨੂੰ ਵਿਆਹ ਤੋਂ ਜਵਾਬ ਦੇ ਦਿੰਦੀ ਹੈ ਤੇ ਉਹ ਖੁਦਕੁਸ਼ੀ ਕਰ ਲੈਂਦਾ ਫਾਹਾ ਲਾ ਕੇ। ਹੁਣ ਤੁਸੀਂ ਦੇਖੋ ਕਿ ਉਹਦੇ ਨਾਲ ਭਾਵਨਾਵਾਂ ਮਾਂ ਦੀਆਂ ਕਿੰਨੀਆਂ ਜੁੜੀਆਂ ਹੋਈਆਂ ਸੀਗੀਆਂ, ਕਿਵੇਂ ਉਹਨੇ ਉਸ ਲੈਵਲ ਤੱਕ ਪਹੁੰਚਾਇਆ, ਜਿਸ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਯਾਰ ਆ ਮੁੰਡੇ ਨੇ ਕੀ ਕਰ ਲਿਆ। ਪਰ ਦੂਜੇ ਪਾਸੇ ਉਹਨੂੰ ਉਹ ਸਭ ਤੋਂ ਵੱਡੀ ਗੱਲ ਲੱਗੀ ਕਿ ਮੇਰੇ ਨਾਲ ਉਸ ਕੁੜੀ ਨੇ ਵਿਆਹ ਨਹੀਂ ਕਰਾਇਆ, ਮੈਂ ਇਸ ਕਰਕੇ ਆਪਣੀ ਜ਼ਿੰਦਗੀ ਸਮਾਪਤ ਕਰ ਰਿਹਾ। ਦੇਖੋ, ਹੁਣ ਤੁਸੀਂ ਕਿਹਾ ਵੀ ਇਹ ਗੱਲ ਸੁਣ ਕੇ ਸਾਰਿਆਂ ਨੇ ਇਹੀ ਕਹਿਣਾ ਕਿ ਯਾਰ ਗੱਲ ਤਾਂ ਕਰ ਲੈਂਦਾ। ਹੁਣ ਫਿਰ ਜੇ ਇੰਨਾ ਹੀ ਗੱਲ ਕਰਨਾ ਜ਼ਰੂਰੀ ਹੈ ਤਾਂ ਫਿਰ ਕਿਉਂ ਨਹੀਂ ਕਰਦੇ ਗੱਲ? ਇਸ ਦੇ ਵਿੱਚ ਉਹ ਬੰਦੇ ਦੀ ਜ਼ਿੰਮੇਵਾਰੀ ਘੱਟ ਹੈ, ਜ਼ਿੰਮੇਵਾਰੀ ਆਪਾਂ ਲੋਕ ਹਾਂ, ਸਮਾਜ ਹੈ। ਕਿਉਂ? ਕਿਉਂਕਿ ਗੱਲ ਤਾਂ ਬੰਦਾ ਤਾਂ ਕਰੇ ਜੇ ਉਹਨੂੰ ਇਹ ਇੰਪ੍ਰੈਸ਼ਨ ਹੋਵੇ ਵੀ ਕੋਈ ਮੇਰੀ ਸੁਣੂਗਾ। ਪਹਿਲਾਂ ਜਿਹੜੀਆਂ ਐਜੰਪਸ਼ਨ ਆ ਉਹਦੇ ਪੁਰਾਣੇ ਐਕਸਪੀਰੀਅੰਸ ਕਰਕੇ ਇਹ ਹੋ ਗਈਆਂ ਕਿ ਗੱਲ ਕਰਨ ਦਾ ਕੋਈ ਫਾਇਦਾ ਤਾਂ ਹੈ ਨਹੀਂ ਯਾਰ, ਇਹਨਾਂ ਨੇ ਤਾਂ ਮਨਾ ਹੀ ਕਰਨਾ, ਇਹਨਾਂ ਨੇ ਤਾਂ ਮੇਰੇ ਗਾਲ ਹੀ ਪੈਣਾ। ਕਿਉਂਕਿ ਅਕਸਰ ਇਹ ਹੁੰਦਾ ਕਿ ਜਦੋਂ ਆਪਾਂ ਕਿਸੇ ਨਾਲ ਗੱਲ ਕਰਦੇ ਵੀ ਹਾਂ ਤਾਂ ਦੂਸਰਾ ਬੰਦਾ ਦੋ ਹਰਫੀ ਗੱਲ ਸੁਣ ਕੇ ਕੁਇੱਕ ਫਿਕਸ ਕਰਨ ਦੀ ਕੋਸ਼ਿਸ਼ ਕਰਦਾ, ਕੁਇੱਕ ਵੀ ਛੱਡ ਯਾਰ ਇੱਧਰ ਆ, ਪਹਿਲਾਂ ਆ ਤੈਨੂੰ ਆ ਨਚਾਈਏ, ਤੈਨੂੰ ਗਵਾਈਏ, ਆ ਤੈਨੂੰ ਪੈਗ ਲਵਾਈਏ। ਉਹ ਤਾਂ ਗੱਲ ਦੱਸਣਾ ਚਾਹ ਰਿਹਾ ਹੁੰਦਾ, ਉਹ ਆਪਾਂ ਸੁਣਦੇ ਹੈ ਨਹੀਂ, ਕੁਇੱਕ ਫਿਕਸ ਪਹਿਲਾਂ ਹੀ ਰੈਡੀ ਹੁੰਦਾ। ਇਸੇ ਕਰਕੇ ਫਿਰ ਕਾਉਂਸਲਿੰਗ ਕਹਿੰਦੇ ਆ ਵੀ ਕਾਉਂਸਲਿੰਗ ਹੋਵੇ, ਕਿਉਂਕਿ ਜਿਹੜੇ ਤੁਹਾਡੇ ਵਰਗੇ ਮਨੋਵਿਗਿਆਨੀ ਨੇ, ਮਾਹਰ ਨੇ, ਉਹ ਫਿਰ ਉਹ ਸੁਣਦੇ ਨੇ ਉਹਦੀ ਗੱਲ। ਹਾਂ, ਪੂਰੀ ਗੱਲ, ਕਿਉਂਕਿ ਸੁਣਨਾ ਹੀ ਅਸਲੀ ਚੀਜ਼ ਹੈ। ਇਹ ਗੱਲਬਾਤ ਹੀ ਹੈ ਜਿਹੜੀ ਇਲਾਜ ਤੱਕ ਲੈ ਕੇ ਜਾਂਦੀ ਆ, ਹੱਲ ਤੱਕ ਲੈ ਕੇ ਜਾਂਦੀ ਆ। ਅਦਰਵਾਈਜ਼ ਆਮ ਲੋਕਾਂ ਨੂੰ ਆਪਾਂ ਹਮੇਸ਼ਾ ਹੀ ਮੈਸੇਜ ਦਿੰਦੇ ਹਾਂ ਵੀ ਤੁਸੀਂ
ਸੁਸਾਈਡ ਵਰਗੀਆਂ ਚੀਜ਼ਾਂ ਨੂੰ ਜੇ ਰੋਕਣਾ ਤਾਂ ਹਰ ਬੰਦਾ ਆਪਣੀ ਨਿੱਜੀ ਜ਼ਿੰਮੇਵਾਰੀ ਸਮਝ ਕੇ ਪੂਰਾ ਆਪਣੇ ਆਪ ਨੂੰ ਇਹ ਕਰੇ, ਗੁੱਡ ਲਿਸਨਰ ਬਣੇ। ਸੁਝਾਅ ਦੇਣ ਲਈ ਜਾਂ ਹੈਲਪ ਕਰਨ ਲਈ ਜਾਂ ਹੱਲ ਦੇਣ ਲਈ ਨਾ ਸੁਣੋ, ਸੁਣਨ ਲਈ ਸੁਣੋ। ਅੱਛਾ, ਬਹੁਤ ਸਾਰੀਆਂ ਹੁਣ ਇਸ ਮਾਮਲੇ ਦੇ ਵਿੱਚ ਮੈਡੀਸਿਨਸ ਵੀ ਚੱਲਦੀਆਂ ਨੇ। ਲੋਕ ਸਟ੍ਰੈਸ ਤੋਂ ਪਰੇ ਕਰਨ ਦੇ ਲਈ, ਆਪਣੇ ਵਿਚਾਰਾਂ ਨੂੰ ਰੋਕਣ ਦੇ ਲਈ ਕੁਝ ਤਾਂ ਨਸ਼ੇ ਦਾ ਵੀ ਸਹਾਰਾ ਲੈ ਲੈਂਦੇ ਨੇ, ਕੁਝ ਕੈਮੀਕਲਸ ਇਸ ਤਰ੍ਹਾਂ ਦੇ ਜਿਹੜੇ ਨੇ ਰਿਲੀਜ਼ ਹੋ ਜਾਂਦੇ ਨੇ, ਜਾਂ ਕੁਝ ਦਵਾਈਆਂ ਤੇ ਜਿਹੜੇ ਨਿਰਭਰ ਹੋ ਜਾਂਦੇ ਨੇ। ਇਹ ਦੋਨਾਂ 'ਚੋਂ ਹੁਣ ਕੀ ਚੀਜ਼ ਠੀਕ ਹੈ? ਦੇਖੋ, ਦਵਾਈਆਂ ਨੇ ਜਿਹੜੀਆਂ ਉਹ ਇੱਕ ਆਖਰੀ ਸਟੇਜ ਦੀ ਗੱਲ ਆ। ਬਹੁਤ ਸਾਰੀਆਂ ਚੀਜ਼ਾਂ ਸਿਰਫ ਆਪਣਾ ਲਾਈਫ ਸਟਾਈਲ, ਡੇਲੀ ਰੂਟੀਨ ਬਦਲਣ ਨਾਲ ਹੀ ਆਪਾਂ ਆਪਣੇ ਨੂੰ ਬਚਾ ਕਰ ਸਕਦੇ ਹਾਂ। ਦਵਾਈ ਤਾਂ ਆਖਰੀ ਉਪਾਅ ਹੈ ਕਿ ਜਦੋਂ ਉਸ ਲੈਵਲ ਤੇ ਪਹੁੰਚ ਗਏ, ਜਦੋਂ ਆਪਾਂ ਲੇਟ ਹੋ ਗਏ ਆਪਣੀ ਸਟ੍ਰੈਸ ਨੂੰ ਪਹਿਚਾਨਣ ਵਾਸਤੇ, ਉਸ ਨੂੰ ਰਿਕੋਗਨਾਈਜ਼ ਕਰਨ ਵਾਸਤੇ ਜਦੋਂ ਲੇਟ ਹੋ ਗਏ, ਫਿਰ ਬਾਡੀ ਦੇ ਵਿੱਚ ਕੁਝ ਚੇਂਜਸ ਹੋ ਜਾਂਦੀਆਂ ਨੇ ਜਿਹੜੀਆਂ ਉਹਨੂੰ ਸਿੰਪਟਮ ਨੂੰ ਹੋਰ ਪਕਾ ਦਿੰਦੀਆਂ ਨੇ। ਉਹ ਬਾਡੀ ਦੇ ਨਿਊਰੋਕੈਮੀਕਲ ਨੂੰ ਬੈਲੈਂਸਿਸ ਕਰਨ ਲਈ, ਸਿਸਟਮ ਨੂੰ ਬੈਲੈਂਸ ਕਰਨ ਲਈ ਫਿਰ ਸਾਨੂੰ ਜਾਣਾ ਪੈਂਦਾ ਦਵਾਈਆਂ ਦੇ। ਪਰ ਉਹ ਬਹੁਤ ਆਖਰੀ ਸਟੈਪ ਆ। ਬਹੁਤ ਸਾਰੇ ਮਨੋਰੋਗ ਨੇ ਜਿਹੜੇ ਸਿਰਫ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਠੀਕ ਹੋ ਸਕਦੇ ਨੇ। ਇਹਦੇ 'ਚ ਜ਼ਰੂਰੀ ਗੱਲਾਂ ਇਹ ਨੇ, ਸਭ ਤੋਂ ਪਹਿਲਾਂ ਜਿਹੜੀ ਮੈਂ ਹਰ ਵਾਰ ਕਹਿੰਦਾ ਕਿ ਦਿਨਚਰਿਆ, ਇੱਕ ਫਿਕਸ ਰੂਟੀਨ ਜਿਹਨੂੰ ਆਪਾਂ ਨਿਤਨੇਮ ਜਾਂ ਡੇਲੀ ਰੂਟੀਨ ਕਿਸੇ ਰੂਪ 'ਚ ਕਹਿ ਲਓ, ਇੱਕ ਨਿਯਮ ਹੋਣਾ ਚਾਹੀਦਾ ਕਿ ਸਵੇਰੇ ਕਿੰਨੇ ਵਜੇ ਉੱਠਣਾ ਅਤੇ ਕੀ ਕਰਨਾ। ਜਿਹੜੇ ਬੰਦੇ ਨਿਯਮ 'ਚ ਰਹਿਣਗੇ ਉਹ ਬੰਦੇ ਇਹੋ ਜਿਹੀਆਂ ਚੀਜ਼ਾਂ 'ਚ ਘੱਟ ਜਾਂਦੇ ਨੇ। ਔਰ ਪੂਰੇ ਦਿਨਚਰਿਆ ਦੇ ਵਿੱਚ ਪ੍ਰੋਡਕਟਿਵ ਸਮਾਂ, ਆਪਣੇ ਆਪ ਲਈ ਸਮਾਂ, ਕੰਮ ਲਈ ਸਮਾਂ, ਪਰਿਵਾਰ ਲਈ ਸਮਾਂ, ਅਤੇ ਪਲੱਸ ਜਿਹੜਾ ਇਹ ਕਹਿ ਲਓ ਕਿ ਫਿਜ਼ੀਕਲ ਐਕਟੀਵਿਟੀ ਲਈ ਸਮਾਂ, ਸਰੀਰਕ ਕਸਰਤ ਵੀ। ਇੱਕ ਥੋੜਾ ਜਿਹਾ ਦੱਸੋ ਵੀ ਵਿਚਾਰਾਂ ਨੂੰ ਰੋਕਣਾ ਕਿਵੇਂ ਆ? ਵਿਚਾਰ ਜਿਹੜੇ ਨੇ ਬਹੁਤ ਵਾਰ ਆਉਂਦੇ ਨੇ, ਬਹੁਤ ਵਾਰ ਦਿਮਾਗ ਦੇ ਵਿੱਚ ਅਟਕ ਜਾਂਦੇ ਨੇ, ਵਾਰ-ਵਾਰ ਉਹ ਤੁਹਾਨੂੰ ਫਿਰ ਤੰਗ ਕਰਦੇ ਨੇ। ਤੁਸੀਂ ਉਹਨਾਂ ਬਾਰੇ ਸੋਚਣਾ ਨਹੀਂ ਚਾਹੁੰਦੇ ਹੁੰਦੇ, ਪਰ ਉਹ ਤੁਹਾਨੂੰ ਤੰਗ ਕਰਦੇ ਨੇ। ਇਹਨਾਂ ਵਿਚਾਰਾਂ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ? ਤੁਹਾਨੂੰ ਕਲੀਅਰ ਇੱਕ ਗੱਲ ਦੱਸਾਂ, ਵਿਚਾਰ ਆਉਣਾ ਉਹ ਇੱਕ ਸਿਹਤਮੰਦ ਗੱਲ ਆ। ਹਰ ਇੱਕ ਕਹਿੰਦਾ ਵਿਚਾਰ ਬਹੁਤ ਆਉਂਦੇ। ਜੇ ਵਿਚਾਰ ਆ ਰਹੇ ਨੇ ਤਾਂ ਇਟ ਮੀਨਸ ਤੁਸੀਂ ਸਹੀ ਸਲਾਮਤ ਹੋ, ਤੁਹਾਡਾ ਮਨ ਚੱਲ ਰਿਹਾ। ਵਿਚਾਰ ਰੋਕਣ ਦਾ ਮਸਲਾ ਨਹੀਂ ਹੈਗਾ ਕੋਈ। ਜਦੋਂ ਤੁਸੀਂ ਇਹ ਸੋਚਦੇ ਹੋ ਕਿ ਪਤਾ ਨਹੀਂ ਕਿਉਂ ਆ ਗਏ, ਪਤਾ ਨਹੀਂ ਹੈ ਕਿਉਂ ਹੋ ਗਿਆ, ਮੈਨੂੰ ਇਸ ਤਰ੍ਹਾਂ ਮੰਨ ਲਓ ਤੁਸੀਂ ਹੁਣ ਇੱਥੇ ਸਟੂਡੀਓ 'ਚ ਆਏ ਹੋ, ਗੱਡੀ ਤੁਹਾਡੀ ਨੀਚੇ ਖੜੀ ਹੈ, ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਆ ਜਾਵੇ ਕਿ ਮੈਂ ਗੱਡੀ ਗਲਤ ਪਾਰਕ ਕਰਕੇ ਆਇਆ, ਕਿ ਕੋਈ ਟੋ ਨਾ ਕਰਕੇ ਲੈ ਜਾਵੇ, ਵਾਰ-ਵਾਰ ਆਈ ਜਾਵੇ, ਤੁਸੀਂ ਇੱਥੇ ਬੈਠੇ ਹੋ ਤੇ ਤੁਹਾਡਾ ਧਿਆਨ ਉੱਥੇ ਜਾਈ ਜਾਵੇ। ਬਿਲਕੁਲ, ਮੈਂ ਕਹਿ ਰਿਹਾ ਪਹਿਲੇ ਸਟੈਪ ਥਿੰਕਿੰਗ, ਵਿਚਾਰ ਆਉਣੇ ਨਾਰਮਲ ਆ। ਦੂਸਰਾ ਚੀਜ਼, ਵਿਚਾਰਾਂ ਨੂੰ ਮਹੱਤਤਾ ਦੇਣੀ ਪ੍ਰੋਬਲਮ ਆ। ਹੁਣ ਮੈਨੂੰ ਪਤਾ ਕਿ ਇਹ ਵਿਚਾਰ ਆ ਰਿਹਾ ਕੁਝ, ਮੈਂ ਇੱਕਦਮ ਇਸ ਚੀਜ਼ ਨੂੰ ਆਪਣੇ ਆਪ ਆਟੋ ਕਰੈਕਟ ਕਰ ਲੂੰਗਾ ਕਿ ਨਹੀਂ ਮੈਂ ਠੀਕ ਪਾਰਕਿੰਗ 'ਚ ਦੇ ਕੇ ਆਇਆ, ਵੈ ਉਹਨੇ ਪਾਰਕਿੰਗ ਕਰਤੀ ਹੋਣੀ, ਠੀਕ ਆ। ਇਹ ਚਾਹੁੰਦੇ ਹੋਏ ਫਿਰ ਵੀ ਆ ਰਿਹਾ ਔਰ ਤੁਹਾਨੂੰ ਇੰਨਾ ਮਜਬੂਰ ਕਰ ਰਿਹਾ ਕਿ ਮੈਂ ਤੁਹਾਨੂੰ ਇੱਕ ਐਕਸਕਿਊਜ਼ ਮੀ ਕਹਿ ਕੇ ਮੈਨੂੰ ਜਾਣਾ ਪਵੇ, ਮੈਂ ਜਾ ਰਿਹਾ ਹਾਂ ਨਾ ਇੱਥੋਂ ਛੱਡ ਕੇ। ਫਿਰ ਸਮੱਸਿਆ, ਫਿਰ ਇਹ ਮਨੋਰੋਗ ਆ। ਇਹਦਾ ਮਤਲਬ ਤੁਸੀਂ obsessive ਹੋ ਗਏ, ਤੁਹਾਨੂੰ ਕੰਪਲਸ਼ਨਸ ਹੋ ਰਹੀਆਂ ਨੇ, ਐਂਗਜ਼ਾਇਟੀ ਦੇ ਮਰੀਜ਼ ਹੋ ਗਏ ਤੁਸੀਂ। ਇਹਨਾਂ ਚੀਜ਼ਾਂ ਦੀ ਫਿਰ ਮਾਹਿਰ ਦੀ ਹੈਲਪ ਲਓ, ਪਰ ਆਪਣੇ ਲੈਵਲ ਤੇ ਜਿੰਨੀ ਵਿਚਾਰ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਉਨਾ ਜ਼ਿਆਦਾ ਉਹਦਾ। ਅੱਛਾ, ਹੁੰਦਾ ਕੀ ਹੈ ਇੱਕ ਹੋਰ ਡਾਕਟਰ ਸਾਹਿਬ, ਤੁਸੀਂ ਆਉਣ ਦਿਓ ਵਿਚਾਰਾਂ ਨੂੰ। ਬਹੁਤ ਸਾਰੇ ਲੋਕ ਕਿਸੇ ਮਰੀਜ਼ ਨੂੰ ਮਿਲ ਕੇ ਆਉਂਦੇ ਆ, ਉਹਦਾ ਹਾਲ ਚਾਲ ਪੁੱਛ ਕੇ ਆਉਂਦੇ ਆ, ਉਹ ਤੋਂ ਬਾਅਦ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਬਿਮਾਰੀ ਕਿਤੇ ਮੈਨੂੰ ਨਾ ਹੋ ਜਾਵੇ। ਹਾਂ, ਇਹਨੂੰ ਆਪਾਂ ਕਹਿੰਦੇ ਹਾਂ ਕਿ ਜਿਹੜੀ ਕਦੇ ਵੀ ਕੋਈ ਟਰੋਮੈਟਿਕ ਚੀਜ਼ ਹੋਣ ਤੋਂ ਬਾਅਦ, ਦੇਖਣ ਤੋਂ ਬਾਅਦ, ਅਨੁਭਵ ਕਰਨ ਤੋਂ ਬਾਅਦ ਕੁਝ ਜਿਹੜੇ ਸਰਵਾਈਵਰਸ ਨੇ ਜਾਂ ਵਿਟਨੈਸ ਨੇ, ਇਹ ਬਹੁਤ ਸਾਰੇ ਸਿੰਪਟਮ ਝੇਲਦੇ ਨੇ। ਮਤਲਬ ਟਰੌਮਾ ਜਾਂ ਪਰੇਸ਼ਾਨੀ ਦਾ ਰਿਐਕਸ਼ਨ ਕਿਸੇ ਵੀ ਰੂਪ 'ਚ ਹੋ ਸਕਦਾ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਜੇ ਤੁਸੀਂ ਐ ਸੋਚਣ ਲੱਗੇ ਕੋਈ ਮਾੜੀ ਗੱਲ ਹੋ ਗਈ। ਇਹ ਨਾਰਮਲ ਰਿਐਕਸ਼ਨ ਤਾਂ ਕਿਸੇ ਅਬਨੋਰਮਲ ਘਟਨਾ ਮਤਲਬ ਇਹਨੂੰ ਮੈਂ ਕਹੂੰਗਾ ਨਾਰਮਲ ਰਿਐਕਸ਼ਨ ਟੂ ਅਬਨੋਰਮਲ ਇਵੈਂਟ। ਪਰ ਬਹੁਤ ਸਾਰੇ ਲੋਕ ਕਹਿੰਦੇ ਨੇ ਜੋ ਤੁਸੀਂ ਸੋਚਣ ਲੱਗ ਜਾਂਦੇ ਹੋ ਫਿਰ ਉਹ ਹੋ ਵੀ ਜਾਂਦਾ ਹੈ, ਇਸ ਤਰ੍ਹਾਂ ਵੀ ਸੋਚਿਆ ਜਾਂਦਾ ਹੈ। ਮੈਂ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦਾ। ਇਹ ਸਾਨੂੰ ਬਚਪਨ ਤੋਂ ਸਿਖਾਇਆ ਜਾਂਦਾ ਵੀ ਜੋ ਸੋਚੋਗੇ ਹੋ ਜਾਓਗੇ। ਨਹੀਂ ਹੁੰਦਾ। ਮੈਂ ਕਹੂੰਗਾ ਵੀ ਸੋਚ ਔਰ ਹੋਣਾ ਬਿਲਕੁਲ ਜੁਦਾ ਸਿੰਘਾ ਚੀਜ਼ਾਂ ਕਰਨ ਨਾਲ ਹੁੰਦੀਆਂ ਨੇ, ਸੋਚਣ ਨਾਲ ਤਾਂ ਕਦੇ ਵੀ ਨਹੀਂ ਹੁੰਦੀਆਂ। ਐਕਸ਼ਨ, ਹਾਂ, ਤੁਹਾਡੇ ਐਕਸ਼ਨ ਨੂੰ ਜ਼ਰੂਰ ਪ੍ਰਭਾਵਿਤ ਕਰ ਸਕਦੀ ਹੈ ਤੁਹਾਡੀ ਸੋਚ, ਤੁਹਾਨੂੰ ਐਕਸ਼ਨ ਲੈਣ ਵਾਸਤੇ ਜ਼ਰੂਰ ਇਨਫਲੂਐਂਸ ਕਰ ਸਕਦੀ ਹੈ ਜੇ ਤੁਸੀਂ ਆਪਣੀ ਸੋਚ ਨੂੰ। ਕਈ ਵਾਰ ਬੰਦਿਆਂ ਨੂੰ ਜਿਹਨਾਂ ਨੂੰ ਵਿਚਾਰ ਆ ਜਾਂਦਾ ਕਿ ਮੈਂ ਇਸ ਬਿਮਾਰੀ ਨਾਲ ਕਿਸੇ ਤੇ ਗ੍ਰਸਤ ਨਾ ਹੋ ਜਾਵਾਂ, ਉਹ ਬਿਮਾਰੀ ਇਸ ਤਰ੍ਹਾਂ ਨਹੀਂ ਹੋ ਸਕਦੀ। ਜੇ ਤੁਸੀਂ ਇਹ ਸੋਚ ਲਿਆ ਕਿ ਮੇਰੇ ਨਾਲ ਮੈਨੂੰ ਇਹ ਨਾ ਹੋ ਜੇ, ਇਹ ਨਾ ਹੋ ਜੇ, ਜਿੱਥੇ ਤੱਕ ਦਾ ਵਿਚਾਰ ਆ ਤੁਸੀਂ ਆਪਣੇ ਆਪ ਨੂੰ ਇਹ ਸੋਚਣਾ ਕਿ ਇਹ ਸਿਰਫ ਵਿਚਾਰ ਆ, ਐਵੇਂ ਥੋੜ੍ਹੀ ਹੋ ਜਾਊਗਾ। ਪਰ ਜੇ ਤੁਸੀਂ ਇਸ ਨੂੰ ਮੰਨ ਲਿਆ ਤਾਂ ਤੁਹਾਡਾ ਮਾਨਸਿਕ ਤੌਰ ਤੇ ਜ਼ਰੂਰ ਤੁਸੀਂ ਇਹ ਅਨੁਭਵ ਕਰਨ ਲੱਗ ਜਾਓਗੇ, ਸ਼ਾਇਦ ਹੋ ਜਾਊ, ਸਰੀਰਕ ਤੌਰ ਤੇ ਚਾਹੇ ਨਾ ਹੋਵੇ। ਇੱਕ ਬਹੁਤ ਕਾਮਨ ਗੱਲ ਹੈਗੀ ਹੈ, ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਕਿ ਜੇ ਮੈਂ ਅੱਜ ਇਹ ਗੱਲ ਕਹਿਤੀ, ਮੰਨ ਲਓ ਇਹ ਕਹਿਤਾ ਵੀ ਮੇਰੀ ਗੱਡੀ ਨੂੰ ਤਾਂ ਪੈਂਚਰ ਹੋਈ ਨੂੰ 6 ਮਹੀਨੇ ਹੋ ਗਏ, ਤਾਂ ਸ਼ਾਇਦ ਉਹ ਦੂਜੇ ਦਿਨ ਪੈਂਚਰ ਹੋ ਜਾਵੇ। ਲੋਕ ਇਹ ਮੰਨਦੇ ਨਾ ਇਸ ਤਰ੍ਹਾਂ ਨਾ ਕਹੋ, ਮਤਲਬ ਇਹਨੂੰ ਇਹ ਮੰਨਿਆ ਜਾਂਦਾ ਵੀ ਕਿਤੇ ਉਹ ਚੀਜ਼ ਹੁਣ ਹੋ ਨਾ ਜਾਵੇ। ਮੈਂ ਕਹਿ ਰਿਹਾ ਕਿ ਆਪਣੇ ਸਿਸਟਮ ਦੇ ਵਿੱਚ ਪਹਿਲਾਂ ਮਨੋਵਿਗਿਆਨ ਵਰਗੀਆਂ ਚੀਜ਼ਾਂ ਨਹੀਂ ਹੁੰਦੀਆਂ ਸੀ। ਆਪ ਮੁਹਾਰੇ ਸਿਆਣਿਆਂ ਨੇ, ਲੋਕਾਂ ਨੇ
ਕੁਝ ਨੈਗੇਟਿਵ ਮਾਹੌਲ ਕ੍ਰੀਏਟ ਕਰਨ ਵਾਸਤੇ ਜ਼ਰੂਰ ਕੁਝ ਇੱਦਾਂ ਨਹੀਂ ਹੋ ਸਕਦਾ? ਐਜ ਡਰ ਪਾਏ ਹੁੰਦੇ ਨੇ, ਪਰ ਸੋਚਣ ਨਾਲ ਚੀਜ਼ਾਂ ਨਹੀਂ ਹੁੰਦੀਆਂ। ਹੈ ਮੈਂ ਪਹਿਲਾਂ ਵੀ ਕਿਹਾ, ਮੈਂ ਆਖਰੀ ਕਹਿ ਰਿਹਾ ਵੀ ਸਿਰਫ ਸੋਚਣ ਨਾਲ ਚੀਜ਼ ਨਹੀਂ ਹੋ ਸਕਦੀ, ਕਰਨ ਨਾਲ ਹੁੰਦੀ ਆ। ਮੈਂ ਤੁਹਾਨੂੰ ਇੱਕ ਬਹੁਤ ਐਗਜ਼ਾਮਪਲ ਦੱਸਦਾ, ਬੜੀ ਹੈ ਫਨੀ, ਹਾਸੀ ਵਾਲੀ ਆ, ਪਰ ਹੈ ਕਮਾਲ ਦੀ ਗੱਲ। ਮੇਰੀ ਟ੍ਰੇਨਿੰਗ ਦੌਰਾਨ ਮੇਰੇ ਜਿਹੜੇ ਸੁਪਰਵਾਈਜ਼ਰ ਸੀ, ਉਹ ਕਿਸੇ ਮਰੀਜ਼ ਨੂੰ ਦੇਖ ਰਹੇ ਸੀ, ਮੈਂ ਬੈਠਾ ਦੇਖ ਰਿਹਾ ਸੀ, ਬੜੀ ਪੁਰਾਣੀ ਗੱਲ ਹੈ 10 ਸਾਲ ਪਹਿਲਾਂ ਦੀ। ਉਹ ਕਹਿੰਦਾ ਜੀ ਮੈਨੂੰ ਐਂ ਲੱਗਦਾ ਕਿ ਮੈਨੂੰ ਕੈਂਸਰ ਹੋ ਜਾਊਗਾ, ਮੈਨੂੰ ਇਹ ਹੋ ਜਾਊਗਾ, ਮੈਨੂੰ ਇਹ ਹੋ ਜਾਊਗਾ। ਉਹ ਕਹਿੰਦੇ ਠੀਕ ਹੈ। ਉਹਨੇ ਇੱਕ ਕਾਪੀ ਤੇ ਇੱਕ ਡਾਟ, ਇੱਕ ਬਿੰਦੀ ਬਣਾਤੀ ਪੈਨ ਨਾਲ। ਉਹ ਕਹਿੰਦੇ ਸਪੋਜ਼ ਆ ਕੀੜੀ ਆ, ਤੂੰ ਹੁਣ ਸੋਚ ਇਹਨੂੰ ਮਾਰ ਦੇ। ਉਹ ਕਹਿੰਦਾ ਜੀ ਇਹ ਡਾਕਟਰ ਸਾਹਿਬ ਤੁਸੀਂ ਮਜ਼ਾਕ ਕਰਦੇ ਹੋ, ਸੋਚ ਕੇ ਕੀੜੀ ਕਿਵੇਂ ਮਰ ਜੂਗੀ? ਉਹ ਕਹਿੰਦਾ ਮੈਂ ਇਹੀ ਤਾਂ ਤੈਨੂੰ ਸਮਝਾ ਰਿਹਾ, ਸੋਚ ਕੇ ਜਦ ਕੀੜੀ ਨਹੀਂ ਮਰ ਸਕਦੀ ਤੇਰੇ ਤੋਂ, ਤਾਂ ਤੂੰ ਸੋਚ ਕੇ ਆ ਐਡੀਆਂ ਐਡੀਆਂ ਚੀਜ਼ਾਂ ਕਿਵੇਂ ਕਰਾ ਲੇਗਾ? ਜੇ ਤੂੰ ਕਰੇਗਾ, ਐਕਸ਼ਨ ਲਏਗਾ, ਕੀੜੀ ਤਾਂ ਮਰੂਗੀ। ਇਸੇ ਕਰਕੇ ਜੋ ਵੀ ਅਸੀਂ ਸੋਚਦੇ ਹਾਂ, ਸਿਰਫ ਸੋਚਣ ਨਾਲ ਸਾਨੂੰ ਲੱਗਣ ਜ਼ਰੂਰ ਲੱਗ ਜੂਗਾ, ਪਰ ਹੁੰਦਾ ਨਹੀਂ। ਕੋਈ ਨੈਗੇਟਿਵ ਪੋਜ਼ਿਟਿਵ ਵਿਚਾਰ ਵੀ ਹੁੰਦੇ ਨੇ, ਬਹੁਤ ਸਾਰੇ ਲੋਕ ਕਹਿੰਦੇ ਨੈਗੇਟਿਵਿਟੀ ਆ ਗਈ, ਨੈਗੇਟਿਵਿਟੀ ਆ ਗਈ, ਪੋਜ਼ਿਟਿਵ ਰਹੋ, ਪੋਜ਼ਿਟਿਵ ਰਹੋ। ਨੈਗੇਟਿਵਿਟੀ ਪੋਜ਼ਿਟਿਵਿਟੀ ਦਾ ਮਤਲਬ ਇਹੀ ਹੈ ਕਿ ਨਾਵਾਚਕ ਬਿਮਾਰ, ਜਦੋਂ ਬੇਆਸ, ਬੇਵਸੀ ਔਰ ਪੈਸੀਮਿਸਟਿਕ, ਨਾਵਾਦੀ ਵਿਚਾਰ ਹੋਣ, ਉਹਨੂੰ ਨੈਗੇਟਿਵਿਟੀ ਕਹਿੰਦੇ ਆ। ਮਤਲਬ ਉਤਸ਼ਾਹ ਨਾ ਹੋਵੇ, ਐਕਸਾਈਟਮੈਂਟ, ਇਨੀਸ਼ੀਏਸ਼ਨ ਜਦੋਂ ਨਹੀਂ ਹੁੰਦੀ, ਉਹਨਾਂ ਨੂੰ ਅਸੀਂ ਨੈਗੇਟਿਵ ਵਿਚਾਰ ਕਹਿ ਦਿੰਦੇ ਹਾਂ। ਇਹ ਵਿਚਾਰਾਂ ਨਹੀਂ, ਮਤਲਬ ਇਹ ਸਿਰਫ ਇਹੀ ਹੈ ਕਿ ਉਹਦੇ ਪਿੱਛੇ ਕਾਰਨ ਨੇ, ਕੁਛ ਨਾ ਕੁਛ ਉਹ ਸਟ੍ਰੈਸ ਅਨੁਭਵ ਕਰ ਰਿਹਾ ਕਿਸੇ ਕਾਰਨ ਕਰਕੇ। ਇਸ ਕਰਕੇ ਇਹ ਨੈਚੁਰਲ ਆ। ਜਦੋਂ ਵੀ ਸਟ੍ਰੈਸ ਆਉਂਦੀ ਆ, ਸਾਡੇ 4 ਲੈਵਲ 'ਤੇ ਅਲੱਗ-ਅਲੱਗ ਸਿੰਪਟਮ ਆਉਂਦੇ ਨੇ। ਸਭ ਤੋਂ ਪਹਿਲਾ ਲੈਵਲ ਆ ਸੋਚ 'ਤੇ, ਜਿਹਦੇ ਨਾਲ ਅਸੀਂ ਵਿਚਾਰਾਂ ਦੇ ਵਿੱਚ ਫਸਦੇ ਹਾਂ, ਅਣਚਾਹੇ ਵਿਚਾਰ ਆਉਂਦੇ ਨੇ। ਦੂਸਰਾ ਲੈਵਲ ਹੈਗਾ ਇਮੋਸ਼ਨਲ, ਜਿਹਦੇ 'ਚ ਉਦਾਸੀ, ਡਰ, ਫੀਅਰ, ਗੁੱਸਾ, ਐਂਗਰ। ਤੀਸਰਾ ਲੈਵਲ ਹੈਗਾ ਬਾਡੀ, ਜਿਹਦੇ 'ਚ ਸਾਨੂੰ ਸਾਹ ਚੜ੍ਹਨਾ, ਨੌਜ਼ੀਆ ਹੋਣਾ, ਪੇਟ ਖਰਾਬ ਹੋਣਾ, ਨੀਲ ਪੈਣੇ, ਥਕਾਵਟ ਹੋਣੀ। ਚੌਥਾ ਲੈਵਲ ਆ ਬਿਹੇਵੀਅਰ, ਵਿਵਹਾਰ ਲੈਵਲ 'ਤੇ, ਜਿਹ 'ਚ ਅਵੋਇਡੈਂਸ, ਮਨ ਨਹੀਂ ਕਰਨਾ, ਮੈਂ ਨਹੀਂ ਕਰਨਾ, ਮੈਂ ਨਹੀਂ ਜਾਣਾ, ਛੱਡੋ ਪਰਾਂ, ਇਹ ਚੀਜ਼ਾਂ। ਇਹ ਚਾਰੇ ਲੈਵਲ 'ਤੇ ਸਟ੍ਰੈਸ, ਪਰੇਸ਼ਾਨੀ ਝਲਕ ਸਕਦੀ ਹੈ ਕਿਸੇ ਦੇ ਰੂਪ 'ਚ। ਕੁਇਕ ਰਿਲੀਫ ਕੀ ਹੈਗਾ ਜਾਂਦੇ ਜਾਂਦੇ? ਕੁਇਕ ਰਿਲੀਫ ਇਹੀ ਹੈ ਕਿ ਆਪਣਾ ਲਾਈਫ ਸਟਾਈਲ ਬਣਾਓ। ਸਭ ਤੋਂ ਵੱਡਾ ਇੱਕ ਫਿਕਸ ਰੂਟੀਨ, ਜਿਹਦੇ 'ਚ ਇੱਕ ਫਿਜ਼ੀਕਲ ਐਕਟੀਵਿਟੀ ਪਲੱਸ ਆਪਣੀ ਰਿਲੈਕਸੇਸ਼ਨ ਐਕਸਰਸਾਈਜ਼ਾਂ, ਚਾਹੇ ਉਹ ਡੀਪ ਬਰੀਥਿੰਗ ਆ, ਚਾਹੇ ਆਪਣੀ ਮਿਊਜ਼ਿਕ ਸੁਣਨਾ, ਚਾਹੇ ਮੈਡੀਟੇਸ਼ਨ, ਯੋਗਾ, ਪਲੱਸ ਆਪਣੇ ਦੋਸਤਾਂ, ਮਿੱਤਰਾਂ, ਪਰਿਵਾਰ ਨਾਲ ਬੈਠ ਕੇ ਗੱਲਾਂ ਕਰੋ। ਗੈਰ ਜ਼ਰੂਰੀ ਚੀਜ਼ਾਂ ਦੇ ਵਿੱਚ ਨਾ ਫਸੋ, ਆਪਣਾ ਸਮਾਂ ਆਪਣੀਆਂ ਚੰਗੀਆਂ ਚੀਜ਼ਾਂ 'ਚ ਲਾਓ, ਔਰ ਕਰੈਬ ਐਟੀਟਿਊਡ ਨਾ ਰੱਖੋ। ਜੇ ਮਦਦ ਦੀ ਲੋੜ ਆ ਜਾਂ ਮਦਦ ਦੇਣੀ ਆ, ਇਹਨੂੰ ਖੁੱਲ੍ਹ ਕੇ ਕਰੋ ਸਾਰਾ। ਹਾਂ, ਇਹ ਵੀ ਮੈਨੂੰ ਕਿਸੇ ਨੂੰ ਮੈਂ ਦੱਸਤਾ ਜੇ ਲੋਕ ਕਿਤੇ ਪਾਗਲ ਨਾ ਸਮਝਣ ਲੱਗ ਜਾਣ, ਲੋਕ ਕੀ ਕਹਿਣਗੇ। ਇਸ ਕਰਕੇ ਇਹਨੂੰ ਕਹਿੰਦੇ ਨੇ ਵੀ ਤੁਸੀਂ ਐ ਨਾ ਰਹੋ ਕਿ ਅੰਦਰ ਹੀ ਅੰਦਰ ਰੱਖੋ। ਮਦਦ ਜੇ ਮੰਗਣੀ ਹੈ ਤਾਂ ਖੁੱਲ੍ਹ ਕੇ ਮੰਗੋ, ਔਰ ਜੇ ਕਿਸੇ ਨੇ ਦੇਣੀ ਆ ਵੀ ਤਾਂ ਵੀ ਦਿਓ ਜਾ ਕੇ। ਇਸ ਦੇ ਵਿੱਚ ਕੋਈ ਇਹੋ ਜਿਹਾ ਐਟੀਟਿਊਡ ਨਾ ਰੱਖਣਾ ਚਾਹੀਦਾ ਕੰਜੂਸਾਂ ਵਾਲਾ। ਮਦਦ ਦੇਣ ਵੇਲੇ ਵੀ ਔਰ ਲੈਣ ਵੇਲੇ ਵੀ ਪੂਰੀ ਖੁੱਲ੍ਹਦਿਲੀ ਨਾਲ ਮਦਦ ਮੰਗੋ, ਜਿਵੇਂ ਬਾਕੀ ਚੀਜ਼ਾਂ 'ਚ ਮੰਗਦੇ ਆ। ਇਹ ਵੀ ਸਿਰਫ ਆਮ ਬਿਮਾਰੀਆਂ ਵਰਗੀ ਬਿਮਾਰੀ ਆ, ਕਦੇ ਵੀ ਕਿਸੇ ਨੂੰ ਵੀ ਹੋ ਸਕਦਾ ਮਾਨਸਿਕ ਰੋਗ। ਚਲੋ, ਬਹੁਤ ਧੰਨਵਾਦ ਡਾਕਟਰ ਤਰਲੋਚਨ ਸਿੰਘ ਜੀ। ਡਾਕਟਰ ਤਰਲੋਚਨ ਹੋਰਾਂ ਨਾਲ ਗੱਲਬਾਤ ਕੀਤੀ ਆ। ਤੁਸੀਂ ਇਹਨਾਂ ਨਾਲ ਜੁੜ ਵੀ ਸਕਦੇ ਹੋ, ਇਹਨਾਂ ਨੂੰ ਫੇਸਬੁੱਕ, ਸੋਸ਼ਲ ਮੀਡੀਆ 'ਤੇ ਤੁਸੀਂ ਦੇਖ ਸਕਦੇ ਹੋ, ਆਪਣੀ ਗੱਲਬਾਤ ਵੀ ਕਰ ਸਕਦੇ ਹੋ। ਪਰ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਇਹ ਚੀਜ਼ਾਂ ਨੇ, ਇਹਨਾਂ ਤੋਂ ਬਚਣ ਦੇ ਲਈ ਜਿਵੇਂ ਇਹਨਾਂ ਨੇ ਕਿ ਲਾਈਫ ਸਟਾਈਲ ਦੇ ਵਿੱਚ ਚੇਂਜ ਜਿਹੜਾ ਤੁਹਾਨੂੰ ਜ਼ਰੂਰ ਕਰਨਾ ਪਵੇਗਾ। ਕਿਸੇ ਦੇ ਨਾਲ ਗੱਲ ਸਾਂਝੀ ਤੁਸੀਂ ਜ਼ਰੂਰ ਕਰੋ। ਜੇਕਰ ਫਿਰ ਵੀ ਨਹੀਂ ਤੁਹਾਨੂੰ ਲੱਗਦਾ ਕਿ ਮੇਰੇ 'ਤੇ ਕੁਝ ਹਾਵੀ ਹੋ ਰਿਹਾ, ਤਾਂ ਤੁਸੀਂ ਕਿਸੇ ਵੀ ਮਨੋਵਿਗਿਆਨੀ ਦੀ ਸਲਾਹ ਵੀ ਲੈ ਸਕਦੇ ਹੋ ਚੰਗੀ ਜ਼ਿੰਦਗੀ ਜੀਣ ਦੇ ਲਈ। ਜ਼ਿੰਦਗੀ ਇਹ ਖੂਬਸੂਰਤ ਹੈ। ਫਿਲਹਾਲ ਇਸ ਪੇਸ਼ਕਸ਼ 'ਚ ਨਹੀਂ, ਸਾਨੂੰ ਦਿਓ ਇਜਾਜ਼ਤ। ਧੰਨਵਾਦ।